ਬੰਗਾ ਵਿਧਾਨ ਸਭਾ ਦੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਪੰਜਾਬ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ, ਜਿਨ੍ਹਾਂ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਪਿੱਛੇ ਛੱਡ ਕੇ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਿਆ ਹੈ ਤੇ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰਦੀ ਜਾ ਰਹੀ ਹੈ। ਜਦੋਂ ਮੈਂ ਹਲਕਾ ਇੰਚਾਰਜ ਸੀ ਤਾਂ ਉਸ ਵੇਲੇ ਕਿਸੇ ਦਾ ਵੀ ਨੀਲਾ ਕਾਰਡ ਨਹੀਂ ਸੀ ਕੱਟਿਆ। ਹੁਣ ਤਾਂ ਹਰੇਕ ਪਿੰਡ ਵਿੱਚੋਂ ਆਵਾਜ਼ ਆਉਂਦੀ ਹੈ, ਕਾਂਗਰਸ ਪਾਰਟੀ ਨੇ ਸਾਡੇ ਨੀਲੇ ਕਾਰਡ ਕੱਟ ਦਿੱਤੇ ਨੇ। ਕੋਰੋਨਾ ਕਾਲ ਵਿੱਚ ਵੀ ਮੈਂ ਐਮਐਲਏ ਕੋਲ ਕੋਈ ਵੀ ਪੈਸਾ ਨਾ ਹੁੰਦੇ ਹੋਏ ਵੀ ਆਪਣੇ ਲੋਕਾਂ ਦੀ ਵਾਹ ਫੜੀ ਤੇ ਜੋ ਮੇਰੇ ਪਿੰਡ ਦੀ ਮੇਰੇ ਨਜ਼ਦੀਕ ਦੀ ਵਾਇਰਸ ਨਾਲ ਮੌਤ ਹੋਈ ਹੈ, ਮੈਨੂੰ ਉਸ ਦਾ ਬੇਹੱਦ ਅਫਸੋਸ ਹੈ। ਲੋਕਾਂ ਨੂੰ ਡਾਕਟਰਾਂ ਦੇ ਕਹੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਅੱਜ ਆਪਾਂ ਗੱਲ ਕਰਾਂਗੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਸ਼ੇਸ਼ ਹਸਤੀ ਦੇ ਨਾਲ, ਤੁਹਾਨੂੰ ਰੂਬਰੂ ਵੀ ਕਰਾਵਾਂਗੇ ਜਿਨ੍ਹਾਂ ਨੇ ਡਾਕਟਰੀ ਪੇਸ਼ਾ ਪਹਿਲਾਂ ਜੁਆਇਨ ਕੀਤਾ, ਉਸ ਦੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ, ਉਸ ਤੋਂ ਬਾਅਦ ਸਿਆਸਤ ਦੇ ਵਿੱਚ ਪੈਰ ਧਰਿਆ ਔਰ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਹੈ। ਮੇਰੀ ਮੁਰਾਦ ਡਾਕਟਰ ਸੁਖਵਿੰਦਰ ਕੁਮਾਰ ਜੀ ਸੁੱਖੀ, ਐਮਐਲਏ ਹਲਕਾ ਬੰਗਾ, ਉਹਨਾਂ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਐਮਐਲਏ ਸਾਹਿਬ, NKN TV ਉੱਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਭਨੋਟ ਸਾਹਿਬ। ਸਭ ਤੋਂ ਪਹਿਲਾਂ ਮੈਂ NKN TV ਦਾ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮੇਰੇ ਵੋਟਰਾਂ ਨਾਲ, ਮੇਰੇ ਸਪੋਰਟਰਾਂ ਨਾਲ, ਸਾਡੇ ਹਲਕੇ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਦਿੱਤਾ। ਤੁਹਾਡਾ ਧੰਨਵਾਦ। ਡਾਕਟਰ ਸਾਹਿਬ, ਸਿਆਸਤ ਅਤੇ ਮੈਡੀਕਲ ਖੇਤਰ ਦੋ ਅਲੱਗ-ਅਲੱਗ ਲਾਈਨਾਂ, ਕਦੀ ਦਿੱਕਤ ਤਾਂ ਨਹੀਂ ਆਈ ਇਹਦੇ ਵਿੱਚ? ਦੇਖੋ, ਜਿਹੜੀ ਮੈਡੀਕਲ ਪ੍ਰੋਫੈਸ਼ਨ ਆ ਉਹ ਵੀ ਇੱਕ, ਜੇ ਸਮਝੋ ਤਾਂ ਜੇ ਤੁਸੀਂ ਕਰ ਸਕੋ, ਇੱਕ ਤੁਹਾਨੂੰ ਲੋਕਾਂ ਦੀ ਤੁਸੀਂ ਸੇਵਾ ਕਰ ਸਕਦੇ ਹੋ। ਲੋਕਾਂ ਨੂੰ ਜਿਹੜੇ ਲੋੜਵੰਦ ਨੇ, ਜਿਹੜੇ ਬਿਮਾਰ ਨੇ, ਉਹਨਾਂ ਨੂੰ ਤੁਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਕਰ ਸਕਦੇ ਹੋ। ਔਰ ਸਿਆਸਤ ਜਿਹੜੀ ਹੈ, ਮੈਂ ਸਮਝਦਾ ਕਿ ਸਿਆਸਤ ਵੀ ਉੱਦਾਂ ਦਾ ਹੀ ਪ੍ਰੋਫੈਸ਼ਨ ਆ ਜਿਹਦੇ ਵਿੱਚ ਜੇਕਰ ਤੁਸੀਂ ਚਾਹੋ ਕਿਸੇ ਲੋੜਵੰਦ ਦੀ ਮਦਦ ਕੀਤੀ ਜਾ ਸਕਦੀ ਹੈ। ਔਰ ਜੇ ਤੁਸੀਂ ਚਾਹੋ ਜਿਹੜਾ ਵੀ ਆਦਮੀ, ਜਿਹੜੇ ਵੀ ਤੁਸੀਂ ਇਲਾਕੇ 'ਚ ਵਿਚਰਦੇ ਹੋ, ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਸੀਂ ਖੜੇ ਹੋ ਸਕਦੇ ਹੋ। ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮਦਦ ਹੀ ਹੈ। ਸਿਆਸਤ ਦੇ ਵਿੱਚ ਜਿਵੇਂ ਕਿ ਆਹ 3-4 ਮਹੀਨੇ ਨਿਕਲੇ ਆ, ਤੁਹਾਡਾ ਪਿੰਡ ਵੀ ਬੰਗਾ ਵਿਧਾਨ ਸਭਾ ਦੇ ਵਿੱਚ ਪੈਂਦਾ, ਤੁਸੀਂ ਕਿਹੋ ਜਿਹੀ ਉੱਥੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਕਰੋਨਾ ਵਾਇਰਸ ਦੇ ਚੱਲਦੇ, ਔਰ ਕੋਈ ਤੁਹਾਡੇ ਕੋਲ ਫਰਿਆਦ ਵੀ ਲੈ ਕੇ ਆਏ? ਦੇਖੋ, ਇਹ ਤਾਂ ਜਿਹੜਾ ਹੁਣ ਦਾ ਸਮਾਂ ਆ, ਇਹ 4-5 ਮਹੀਨਿਆਂ ਤੋਂ ਸਾਡੇ ਦੇਸ਼ ਦੇ ਉੱਪਰ, ਸਾਰੀ ਦੁਨੀਆ ਦੇ ਉੱਪਰ ਬੜਾ ਹੀ ਜਿਹੜਾ ਇਸ ਕਰੋਨਾ ਦਾ ਕਹਿਰ ਬਰਸਿਆ। ਔਰ ਅਸੀਂ ਤਾਂ ਉਸ ਪਰਮਾਤਮਾ, ਉਸ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਇਸ ਜਿਹੜਾ ਕਰੋਨਾ ਦਾ ਕਹਿਰ ਆ, ਇਹਨੂੰ ਠੱਲ ਪਵੇ, ਲੋਕ ਤੰਦਰੁਸਤ ਰਹਿਣ, ਆਪਣੇ ਕੰਮਕਾਰ ਕਰਨ। ਔਰ ਜਿੱਥੋਂ ਤੱਕ ਇੱਕ MLA ਦੇ ਤੌਰ 'ਤੇ ਜਿਸ ਦਿਨ ਦਾ ਲੋਕਡਾਊਨ ਲੱਗਿਆ, ਲੋਕਡਾਊਨ ਦਾ ਕਿਉਂਕਿ ਇੱਕ ਅਚਨਚੇਤ ਸਡਨਲੀ ਕਿਸੇ ਨੂੰ ਕੋਈ ਮੌਕਾ ਨਹੀਂ ਦਿੱਤਾ। ਲੋਕ ਘਰਾਂ ਦੀ ਜਿਹੜੀ ਰੋਜ਼ ਦਾ ਸਮਾਨ ਹੈ, ਜਿਹੜਾ ਜਿਹਨਾਂ ਨੂੰ ਰੋਟੀ ਪਾਣੀ ਖਾਣਾ ਹੁੰਦਾ, ਉਹਦੀਆਂ ਜ਼ਰੂਰਤਾਂ ਵੀ ਕਹਿੰਦਾ ਮੈਨੂੰ ਪੂਰੀਆਂ ਕਰਨ ਦਾ ਸਮਾਂ ਨਹੀਂ ਮਿਲਿਆ ਸੀ। ਉਸ ਦੌਰਾਨ ਇਹ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜਾ ਵੀ ਜ਼ਰੂਰਤਮੰਦ ਆ, ਜੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਉਹ ਰਾਸ਼ਨ, ਜੇਕਰ ਕਿਸੇ ਨੂੰ ਮੈਡੀਕਲ ਏਡ ਦੀ ਲੋੜ ਆ ਉਹਨੂੰ ਉਹ ਦਿੱਤੀ ਜਾਵੇ। ਉਹ ਮੈਂ ਲਗਾਤਾਰ ਆਪਣੇ ਹਲਕੇ ਦੇ ਵਿੱਚ ਵਿਚਰਦਾ ਰਿਹਾ, ਕਿਉਂਕਿ ਇਹ ਜਿਹੜਾ ਮੇਰਾ ਹਲਕਾ ਆ, ਇਹ ਮੇਰੇ ਆਪਣੇ ਆ। ਜੇ ਮੈਂ ਆਪਣਿਆਂ ਦੀ ਸਾਰ ਨਹੀਂ ਲਊਂਗਾ ਤਾਂ ਫਿਰ ਤਾਂ ਮੈਂ ਸਮਝਦਾ ਕਿ ਮੈਨੂੰ ਇਸ ਪ੍ਰੋਫੈਸ਼ਨ, ਇਸ ਪੋਲੀਟਿਕਸ ਆਉਣ ਦਾ ਕੋਈ ਫਾਇਦਾ ਨਹੀਂ। ਸੋ ਇਹ ਮਹਾਂਮਾਰੀ ਦੇ ਵਿੱਚ ਮੈਂ ਜਿੰਨੀ ਕੋਸ਼ਿਸ਼ ਕਰ ਸਕਿਆ, ਮੈਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ, ਔਰ ਆਪਣੇ ਲੈਵਲ 'ਤੇ, ਕਿਉਂਕਿ MLA ਕੋਲ ਕੋਈ ਇੱਦਾਂ ਦਾ ਫੰਡ ਨਹੀਂ ਹੁੰਦਾ, ਪਰ ਇੱਥੇ ਸਮਾਜ ਸੇਵੀ ਸੰਸਥਾਵਾਂ ਨੇ ਲੱਖਾਂ ਰੁਪਏ ਦਿੱਤਾ। ਔਰ ਖ਼ਾਸ ਤੌਰ 'ਤੇ ਮੈਂ ਧੰਨਵਾਦ ਕਰਦਾ SGPC ਦਾ ਔਰ ਰਾਧਾ ਸੁਆਮੀ ਸਤਸੰਗ ਨਿਰੰਕਾਰੀ ਜਿਹੜੀ ਸੰਗਤ ਆ, ਜਿੰਨੇ ਵੀ ਧਾਰਮਿਕ ਲੋਕ ਨੇ, ਉਹਨਾਂ ਨੇ
ਜਿਸ ਵੀ ਬੰਦੇ ਨੂੰ ਲੋੜ ਸੀ, ਬੇਸ਼ੱਕ ਉਹ ਰਾਸ਼ਨ ਦੀ ਲੋੜ ਸੀ ਜਾਂ ਕਿਸੇ ਨੂੰ ਰੋਟੀਆਂ ਪਕਾ ਕੇ ਦੇਣ, ਲੰਗਰ ਦੇਣਾ, ਦਾਲ ਦੇਣੀ, ਇਹ ਸਾਰੀਆਂ ਸਹੂਲਤਾਂ ਮੇਰੇ ਹਲਕੇ ਦੇ ਵਿੱਚ ਬਰਾਬਰ ਚੱਲਦੀਆਂ ਰਹੀਆਂ। ਕੀ ਤੁਸੀਂ ਤਾਂ ਸੇਵਾ ਕੀਤੀ, ਕਿ ਸਰਕਾਰ ਨੇ ਵੀ ਉਹਨਾਂ ਲੋਕਾਂ ਦੀ ਬਾਂਹ ਫੜੀ ਕਿ ਉਹ ਸਰਕਾਰ ਤੋਂ ਵਾਂਝੇ ਰਹੇ? ਦੇਖੋ ਭਨੋਟ ਸਾਹਿਬ, ਇਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ 1 ਕਰੋੜ 41 ਲੱਖ ਲੋਕਾਂ ਨੂੰ ਰਾਸ਼ਨ ਮੋਦੀ ਸਰਕਾਰ ਨੇ ਭੇਜਿਆ, ਔਰ ਬਣਦਾ ਤਾਂ ਇਹ ਸੀ ਵੀ ਜਿਹੜਾ ਵੀ ਜ਼ਰੂਰਤਮੰਦ, ਕਿਉਂਕਿ ਇਸ ਵੇਲੇ ਕੋਈ ਅਮੀਰੀ ਗਰੀਬੀ ਦਾ ਦੁਆ ਨਹੀਂ ਸੀ, ਇਹ ਨਹੀਂ ਕੋਈ ਜਿਹਦਾ ਨੀਲਾ ਕਾਰਡ ਬਣਿਆ ਉਹੀ ਜ਼ਰੂਰਤਮੰਦ ਆ, ਕਿਉਂਕਿ ਜਿਸ ਛੋਟੇ ਵਪਾਰੀ ਦਾ, ਛੋਟੇ ਮੁਲਾਜ਼ਮ ਦਾ ਕੰਮੇ ਖਤਮ ਹੋ ਗਿਆ, ਉਹਨੂੰ ਰੋਟੀ ਉਹਦੇ ਪੇਟ ਤਾਂ ਦਿੱਤਾ ਪ੍ਰਮਾਤਮਾ ਨੇ। ਇਹ ਸੀ ਕਿ ਵੀ ਉਹ ਰੋਜ਼ ਉਹਨੂੰ ਰੋਟੀ ਪਾਣੀ ਦੀ, ਰਾਸ਼ਨ ਦੀ ਲੋੜ ਸੀ। ਸਰਕਾਰਾਂ ਨੂੰ ਚਾਹੀਦਾ ਸੀ ਕਿ ਹਰ ਬੰਦੇ ਨੂੰ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਉਹ ਰਾਸ਼ਨ ਮੁਹੱਈਆ ਕਰਾਇਆ ਜਾਂਦਾ। ਔਰ ਮੈਂ ਬੰਗਾ ਵਿਧਾਨ ਸਭਾ ਦਾ, ਕਿਉਂਕਿ ਤੁਸੀਂ ਰੋਜ਼ ਵਿਚਰਦੇ ਹੋ, ਜੇ ਮੈਂ ਗਲਤ ਹੋਵਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਬੰਗਾ ਵਿਧਾਨ ਸਭਾ ਦੇ ਅੰਦਰ ਜਿੰਨਾ 1 ਕਰੋੜ 41 ਲੱਖ ਲੋਕਾਂ ਲਈ ਜੋ ਰਾਸ਼ਨ ਆਇਆ ਸੀ, ਜੋ ਉਹਦੀ ਰੇਸ਼ੋ ਸੀ, ਉਹ ਰੇਸ਼ੋ ਦੇ ਮੁਤਾਬਕ ਵੰਡਿਆ ਨਹੀਂ ਗਿਆ, ਔਰ ਉੱਥੇ ਵੀ ਪਾਰਟੀਬਾਜ਼ੀ ਹੋਈ। ਜੇਕਰ ਕੋਈ ਸਰਕਾਰ ਪੱਖ ਦਾ, ਕਾਂਗਰਸ ਪੱਖ ਦਾ ਬੰਦਾ ਆ, ਉਹਨੂੰ ਤਾਂ ਦੇ ਦਿੱਤਾ ਗਿਆ ਰਾਸ਼ਨ, ਪਰ ਇਹ ਬਦਕਿਸਮਤੀ ਆ ਕਿ ਆਮ ਆਦਮੀ ਜਿਹੜਾ ਆ, ਬੇਸ਼ੱਕ ਉਹ ਛੋਟਾ ਜ਼ਿਮੀਂਦਾਰ ਜਿਹੜਾ ਇੱਕ ਅੱਧੇ ਖੇਤ ਵਾਲਾ, ਬੇਸ਼ੱਕ ਉਹ ਛੋਟਾ ਜਿਹੜਾ ਦੁਕਾਨਦਾਰ ਆ, ਬੇਸ਼ੱਕ ਛੋਟਾ ਮੁਲਾਜ਼ਮ ਆ, ਜਾਂ ਜਿਨ੍ਹਾਂ ਦੇ ਕੰਮਕਾਰ ਖਤਮ ਹੋ ਗਏ, ਉਹਨਾਂ ਨੂੰ ਮਿਲਿਆ ਕੁਛ ਨਹੀਂ। ਇਹ ਤਾਂ ਹੋ ਗਈ ਰਾਸ਼ਨ ਦੀ ਗੱਲ। ਇਸ ਤਰੀਕੇ ਦੇ ਨਾਲ ਸਰਕਾਰਾਂ ਨੇ ਕਿਹਾ ਸੀ ਕਿ ਫੀਸਾਂ ਮਾਫ ਕੀਤੀਆਂ ਜਾਣਗੀਆਂ, ਜਿਹੜੇ ਟਰਾਂਸਪੋਰਟ ਆ ਉਹਨਾਂ ਨੂੰ ਵੀ ਰਿਲੈਕਸੇਸ਼ਨ ਦਿੱਤੀ ਜਾਵੇਗੀ, ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਆਮ ਜਨਤਾ ਦੇ ਨਾਲ। ਤੁਸੀਂ ਇੱਕ ਵਿਧਾਨ ਸਭਾ ਦੇ ਮੈਂਬਰ ਹੁੰਦੇ ਹੋਏ ਉਹ ਜਿਹੜੇ ਵਾਅਦੇ ਲੋਕਾਂ ਦੇ ਨਾਲ ਨਹੀਂ ਪੂਰੇ ਹੋਏ, ਉਹ ਤੁਸੀਂ ਵਿਧਾਨ ਸਭਾ ਦੇ ਵਿੱਚ ਜ਼ਰੂਰ ਆਵਾਜ਼ ਉਠਾਓਗੇ? ਦੇਖੋ, ਜਦੋਂ ਬੰਦੇ ਦਾ ਕੰਮ ਖੜ ਗਿਆ, ਦੋ ਚੀਜ਼ਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਐਜੂਕੇਸ਼ਨ ਅਤੇ ਹੈਲਥ। ਇਹ ਸਰਕਾਰ ਦੀ ਡਿਊਟੀ ਬਣਦੀ ਹੈ। ਜੇ ਤੁਸੀਂ ਲੋਕਡਾਊਨ ਲਾਇਆ, ਤੁਸੀਂ ਹੈਲਥ ਸਰਵਿਸਿਜ਼ ਔਰ ਐਜੂਕੇਸ਼ਨ ਟੋਟਲ ਫ੍ਰੀ ਕਰੋ। ਗੌਰਮੈਂਟ ਸਕੂਲ ਹੋਣ, ਬੇਸ਼ੱਕ ਪ੍ਰਾਈਵੇਟ ਸਕੂਲ ਹੋਣ, ਇਸ ਦੌਰਾਨ ਬੱਚਿਆਂ ਨੂੰ ਐਜੂਕੇਸ਼ਨ 100% ਫ੍ਰੀ ਹੋਣੀ ਚਾਹੀਦੀ ਸੀ। ਔਰ ਜਿਹੜੇ ਸਕੂਲ ਪ੍ਰਾਈਵੇਟ ਨੇ, ਕਿਉਂਕਿ ਉਹਨਾਂ ਦੇ ਟੀਚਰ, ਉਹਨਾਂ ਦਾ ਸਟਾਫ ਆ, ਉਹਨਾਂ ਨੇ ਵੀ ਕੁਝ ਪੈਸੇ ਉਹਨੂੰ ਤਨਖਾਹਾਂ ਦੇਣੀਆਂ, ਕਿਉਂਕਿ ਜੇ ਉਹਨਾਂ ਨੂੰ ਤੁਸੀਂ ਇੱਕ ਪਾਸੇ ਅਸੀਂ ਕਹਿ ਦਈਏ ਵੀ ਫ੍ਰੀ ਕਰ ਦਿਓ ਤਾਂ ਉਹ ਆਪਣਾ ਉਹਨਾਂ ਦਾ ਸਟਾਫ ਭੁੱਖਾ ਮਰੇਗਾ। ਇਹ ਸਰਕਾਰ ਦੀ ਡਿਊਟੀ ਸੀ ਕਿ ਹਰ ਪ੍ਰਾਈਵੇਟ ਸਕੂਲ ਨੂੰ ਐਜੂਕੇਸ਼ਨ ਫ੍ਰੀ ਕਰਨ ਦੇ ਲਈ ਉਹਨਾਂ ਦੇ ਸਟਾਫ ਨੂੰ ਤਨਖਾਹ ਦਿੰਦਾ। ਔਰ ਕਹਿੰਦਾ ਮਤਲਬ ਅੱਜ ਹੋ ਕੀ ਰਿਹਾ, ਅੱਜ ਟਿਊਸ਼ਨ ਦੇ ਨਾਂ 'ਤੇ, ਅੱਜ ਤੁਸੀਂ ਆਨਲਾਈਨ ਕਲਾਸਿਸ ਦੇ ਨਾਂ 'ਤੇ ਜਿਹੜੇ ਬੱਚੇ ਆ ਉਹਨਾਂ ਦੀ ਲੁੱਟ ਖਸੁੱਟ ਦੋਨੋਂ ਪਾਸੇ ਵਿੱਚ, ਸਰਕਾਰੀ ਅਦਾਰੇ ਹੋਣ ਬੇਸ਼ੱਕ ਪ੍ਰਾਈਵੇਟ ਅਦਾਰੇ ਹੋਣ। ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਸਰਕਾਰ ਪ੍ਰਾਈਵੇਟ ਅਦਾਰਿਆਂ ਨੂੰ 100% ਉਹਨਾਂ ਦੀਆਂ ਫੀਸਾਂ ਦੇ ਕੇ, ਉਹਨਾਂ ਨੂੰ ਕੋਈ ਹੈਲਪ ਦੇ ਕੇ ਉਹਨਾਂ ਨੂੰ ਖੜੇ ਰੱਖ ਦੇ, ਤਾਂ ਕਿ ਉਹ ਕਿਤੇ, ਕਿਉਂਕਿ ਐਜੂਕੇਸ਼ਨ ਸਿਸਟਮ ਪੰਜਾਬ ਦੇ ਅੰਦਰ ਬੜਾ ਜ਼ਿਆਦਾ ਪ੍ਰਫੁੱਲਤ ਆ। ਜੇ ਉਹ ਕਲੈਪਸ ਕਰ ਗਿਆ, ਸਰਕਾਰ ਤੋਂ ਨਹੀਂ ਕੁਛ ਨਹੀਂ ਹੋਣਾ, ਐਜੂਕੇਸ਼ਨ ਤੋਂ ਨਹੀਂ, ਹੈਲਥ ਵੀ ਨਹੀਂ ਦੇ ਸਕਦੇ, ਇਹ ਐਜੂਕੇਸ਼ਨ ਵੀ ਨਹੀਂ ਦੇ ਸਕਦੇ। ਸੋ ਇਹ ਜਿੱਥੋਂ ਤੱਕ ਗੱਲ ਵਿਧਾਨ ਸਭਾ ਦੀ ਹੈ, ਇਹ ਮੈਂ ਕਿਉਂਕਿ ਤੁਹਾਨੂੰ ਸ਼ਾਇਦ ਯਾਦ ਆ ਕਿ ਮੈਂ DC ਸਾਹਿਬ ਨੂੰ ਵੀ ਜਿੱਥੇ ਜਿੱਥੇ ਅਸੀਂ ਫਰਿਆਦ ਕਰ ਸਕਦੇ ਹਾਂ, ਅਸੀਂ ਉੱਥੇ ਉਹਨਾਂ ਅਫਸਰਾਂ ਕੋਲ ਗਏ, ਕਿਉਂਕਿ ਉਹ ਸਰਕਾਰ ਤੱਕ ਸਾਡੀ ਗੱਲ ਪਹੁੰਚਾਉਣ। ਜਿੱਥੋਂ ਤੱਕ ਵਿਧਾਨ ਸਭਾ ਦੇ ਅੰਦਰ, ਉੱਥੇ ਵੀ ਅਸੀਂ ਇਹ ਗੱਲ ਮੰਗ ਰੱਖਾਂਗੇ। ਇਹ ਬਦਕਿਸਮਤੀ ਹੈ ਕਿ ਮੈਂ CM ਨੂੰ ਮਿਲ ਨਹੀਂ ਜਾ ਸਕਦਾ, ਇੱਕ MLA ਪੰਜਾਬ ਦੇ CM ਕੈਪਟਨ ਸਾਹਿਬ ਨੂੰ ਮਿਲ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕੀਤਾ। ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹਨਾ, ਹੈਲਥ ਮਿਨਿਸਟਰ ਨੂੰ ਵੀ ਵਧਾਈ ਦੇਣੀ ਚਾਹਾਂ ਕਿ ਜਿਨ੍ਹਾਂ ਨੇ ਕਰੋਨਾ ਤੋਂ ਬਚਣ ਲਈ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ। ਉਹ ਪਬਲਿਕ 'ਚ ਨਹੀਂ ਗਏ ਕਦੀ ਵੀ, ਪਰ ਜਦੋਂ ਵੀ ਬਾਹਰ ਆਉਣਗੇ, ਜਦੋਂ ਵੀ ਹੈਲਥ ਮਿਨਿਸਟਰ ਸਾਹਿਬ, ਚੀਫ ਮਿਨਿਸਟਰ ਸਾਹਿਬ ਬਾਹਰ ਆਉਣਗੇ, ਉਸ ਦਿਨ ਇਹ ਜਿਹੜੀਆਂ ਸਾਡੇ ਹਲਕੇ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਜੋ ਲੋਕਾਂ ਦੀ ਜ਼ਰੂਰਤ ਸੀ, ਉਹ ਮੰਗਾਂ ਲੈ ਕੇ ਉਹਨਾਂ ਕੋਲ ਜ਼ਰੂਰ ਜਾਵਾਂਗੇ। ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਆਪਣੇ ਲੋਕਾਂ ਨੂੰ ਸੰਦੇਸ਼ ਜਾਂ ਕੋਈ ਜਾਣਕਾਰੀ ਮੁਹੱਈਆ ਕਰਾਉਣੀ ਚਾਹੁੰਦੇ? ਦੇਖੋ, ਇਸ ਵੇਲੇ ਦੁਨੀਆ ਦੇ ਅੰਦਰ 1 ਕਰੋੜ 51,65,863 ਕਰੋਨਾ ਦੇ ਪੇਸ਼ੈਂਟ ਹੋ ਚੁੱਕੇ ਆ। ਔਰ ਜੇ ਭਾਰਤ ਦੀ ਗੱਲ ਕਰੀਏ ਤਾਂ
16,965 ਕੇਸ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਅੱਜ ਤੱਕ ਆ ਚੁੱਕੇ ਆ। ਦੇਖੋ ਇਹ ਜਿਹੜੀ ਮਹਾਮਾਰੀ ਆ ਇਹ ਗਰੀਬ ਅਮੀਰ ਦਾ ਨਹੀਂ ਦੇਖਦੀ। ਜਦੋਂ ਇਹਨੇ ਕਿਸੇ ਨੂੰ ਅਫੈਕਟ ਕਰਨਾ ਤਾਂ ਉਹਨੂੰ ਕਰਨਾ ਜਿਹੜਾ ਪ੍ਰੀਕਾਸ਼ਨ ਨਹੀਂ ਲੈਂਦਾ, ਜਿਹੜਾ ਜੋ ਡਾਕਟਰ ਕਹਿੰਦੇ ਆ ਉਹ ਤੋਂ ਉਸ ਤਰ੍ਹਾਂ ਨਹੀਂ ਚੱਲਦਾ, ਪਰਵਾਹ ਨਹੀਂ ਕਰਦਾ। ਤਾਂ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਕਿ ਜੋ ਵੀ ਡਾਕਟਰ ਕਹਿੰਦੇ ਆ ਉਹਨੂੰ ਪ੍ਰੀਕਾਸ਼ਨ ਲਓ ਔਰ ਇਸ ਬਿਮਾਰੀ ਤੋਂ ਜਿੰਨਾ ਵੱਧ ਤੋਂ ਵੱਧ ਬਚਿਆ ਜਾ ਸਕੇ ਬਚਣਾ ਚਾਹੀਦਾ। ਕਿਉਂਕਿ ਅਸੀਂ ਤਾਂ ਇਹ ਸੰਤਾਪ ਪਹਿਲੇ ਦਿਨ ਤੋਂ, ਜਿਸ ਦਿਨ ਬਿਮਾਰੀ ਪੰਜਾਬ 'ਚ ਆਈ ਆ, ਇਹ ਸੰਤਾਪ ਅਸੀਂ ਪਹਿਲੇ ਦਿਨ ਤੋਂ ਹੀ ਭੋਗਿਆ। ਕਿਉਂਕਿ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਪੰਜਾਬ ਦੇ ਅੰਦਰ ਪਹਿਲੀ ਡੈਥ ਜਿਹੜੀ ਹੋਈ ਆ ਉਹ ਜਥੇਦਾਰ ਬਲਦੇਵ ਸਿੰਘ ਉਹਨਾਂ ਦੀ ਹੋਈ ਆ। ਉਹ ਪਠਲਾਵੇ ਦੇ ਸੀ, ਉਹ ਬੰਗਾ ਹਲਕੇ 'ਚ ਪੈਂਦਾ। ਔਰ ਪਹਿਲੇ ਜਿਹੜੇ 18-19 ਕੇਸ ਆਏ ਆ ਉਹ ਵੀ ਸਾਡੇ ਬੰਗਾ ਹਲਕੇ ਤੋਂ ਹੀ ਆਏ। ਔਰ ਲੋਕਡਾਊਨ ਦੇ ਦੌਰਾਨ ਲੋਕਾਂ 'ਚ ਕਿਹੜਾ ਪਹਿਲਾਂ ਸਾਡੇ ਹਲਕੇ ਦੇ ਵਿੱਚ ਬੜਾ ਡਰ ਸੀ, ਬੜਾ ਭੈ ਸੀ। ਔਰ ਹੌਲੀ ਹੌਲੀ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਥੋੜ੍ਹਾ ਡਰ ਘਟ ਰਿਹਾ ਲੋਕਾਂ 'ਚ। ਮੈਂ ਇਹੀ ਬੇਨਤੀ ਕਰਦਾ ਕਿ ਡਰਨਾ ਬਹੁਤ ਜ਼ਰੂਰੀ ਆ, ਇਹ ਤੋਂ ਡਰਨਾ ਬਹੁਤ ਜ਼ਰੂਰੀ ਆ। ਕਿਉਂਕਿ ਜੇ ਤੁਸੀਂ ਕਹੋ ਕਿ ਸਰਕਾਰਾਂ ਦੀ ਕੋਈ ਤਿਆਰੀ ਹੈ, ਲੋਕਡਾਊਨ ਕਿਉਂ ਲਾਇਆ ਜਾਂਦਾ? ਲੋਕਡਾਊਨ ਦਾ ਇੱਕੋ ਮਤਲਬ ਹੁੰਦਾ ਕਿ ਜਿਹੜੀ ਬਿਮਾਰੀ ਹੈ ਉਹਨੂੰ ਸਲੋ ਡਾਊਨ ਕਰ ਦਿਓ ਔਰ ਮੇਨ ਟਾਈਮ ਤੁਸੀਂ ਉਹਦੀ ਜਿਹੜੀ ਮੈਡੀਕਲ ਫੈਸਿਲਿਟੀਜ਼ ਦੇਣ ਲਈ ਤੁਸੀਂ ਤਿਆਰੀ ਕਰੋ। ਭਨੋਟ ਸਾਹਿਬ, ਤੁਹਾਨੂੰ ਮੈਂ ਇਹ ਜਾਣਕਾਰੀ ਜ਼ਰੂਰ, ਮੈਂ ਡਰਾਉਂਦਾ ਨਹੀਂ ਕਿਸੇ ਨੂੰ, ਪਰ ਮੈਂ ਜਾਣਕਾਰੀ ਜ਼ਰੂਰ ਦਊਂਗਾ ਕਿ ਨਵਾਂਸ਼ਹਿਰ ਸਭ ਤੋਂ ਪਹਿਲਾਂ ਇੱਥੇ ਪੋਜ਼ਿਟਿਵ ਕੇਸ ਆਏ ਔਰ ਇਸ ਜ਼ਿਲ੍ਹੇ ਨੂੰ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਆਈ, ਕੋਈ ਵੈਂਟੀਲੇਟਰ ਆਇਆ ਹੋਊ, ਕੋਈ ਦਵਾਈਆਂ ਆਈਆਂ ਹੋਣਗੀਆਂ। ਔਰ ਅੱਜ ਤੱਕ ਇਸ ਜ਼ਿਲ੍ਹੇ ਦੇ ਵਿੱਚ ਇੱਕ ਵੀ ਬੰਦੇ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪਈ। 2 ਆਦਮੀ ਜਿਹੜੇ ਸੀ ਸਾਡੇ ਜ਼ਿਲ੍ਹੇ ਦੇ, ਉਹਨਾਂ ਨੂੰ ਬਾਈ ਚਾਂਸ ਆਕਸੀਜਨ ਦੀ ਲੋੜ ਪੈ ਗਈ। ਤਿਆਰੀ ਇਹਨਾਂ ਦੀ ਇਸ ਤਰ੍ਹਾਂ ਦੀ ਹੈ ਕਿ ਸਿਰਫ 2 ਮਰੀਜ਼ਾਂ ਨੂੰ, ਜਿਹੜੇ 250-300 ਮਰੀਜ਼ ਸਾਡੇ ਜ਼ਿਲ੍ਹੇ 'ਚ ਹੈ, ਉਹਦੇ ਵਿੱਚੋਂ ਸਿਰਫ 2 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪਈ। ਇੱਕ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਭੇਜਤਾ, ਦੂਜੇ ਨੂੰ ਪਟਿਆਲਾ ਮੈਡੀਕਲ ਕਾਲਜ ਭੇਜਤਾ। ਅਤੇ ਮੈਂ ਸਿਵਲ ਸਰਜਨ ਸਾਹਿਬ ਨੂੰ ਪੁੱਛਿਆ ਵੀ ਸਿਵਲ ਸਰਜਨ ਸਾਹਿਬ, ਵੀ ਸਾਡੇ ਜ਼ਿਲ੍ਹੇ 'ਚ ਤਾਂ ਸਭ ਤੋਂ ਪਹਿਲਾਂ ਤਿਆਰੀ ਹੋਈ ਸੀ, ਤੁਸੀਂ ਤਾਂ ਬੜਾ ਕਹਿੰਦੇ ਵੀ ਅਸੀਂ ਬੜਾ ਕੰਟਰੋਲ ਕੀਤਾ। ਇਹ ਤਾਂ ਬਾਈ ਚਾਂਸ ਸਿਰਫ 2 ਲੋਕਾਂ ਨੂੰ ਆਕਸੀਜਨ ਦੀ ਲੋੜ ਪਈ ਆ, ਉਹ ਤੁਸੀਂ ਦੋਨੋਂ, ਇੱਕ ਮੈਡੀਕਲ ਕਾਲਜ ਅੰਮ੍ਰਿਤਸਰ ਭੇਜਤਾ, ਇੱਕ ਮੈਡੀਕਲ ਕਾਲਜ ਪਟਿਆਲੇ ਭੇਜਤਾ, ਵੀ ਤੁਸੀਂ ਉਹਨਾਂ ਨੂੰ ਇੱਥੇ ਕਿਉਂ ਨਹੀਂ ਰੱਖਿਆ ਕਿ ਅਸੀਂ ਆਕਸੀਜਨ ਦੇਣ ਜੋਗੇ ਵੀ ਨਹੀਂ। ਤਾਂ ਸਿਵਲ ਸਰਜਨ ਸਾਹਿਬ ਦਾ ਇਹ ਜਵਾਬ ਸੀ ਕਿ ਜੇ ਬਾਈ ਚਾਂਸ ਉਹਨਾਂ ਨੂੰ ਵੈਂਟੀਲੇਟਰ ਦੀ ਲੋੜ ਪੈ ਜਾਂਦੀ ਤਾਂ ਸਾਡੇ ਕੋਲ ਇਹ ਸੁਵਿਧਾ, ਨਾ ਤਾਂ ਸਾਡੇ ਕੋਲ ਐਂਬੂਲੈਂਸ ਹੈ, ਨਾ ਸਾਡੇ ਕੋਲ ਵੈਂਟੀਲੇਟਰ ਚਲਾਉਣ ਲਈ ਕੋਈ ਸਾਡੇ ਕੋਲ ਸਟਾਫ ਹੈ। ਔਰ ਜੇ ਤੁਸੀਂ ਭਨੋਟ ਸਾਹਿਬ ਜੇ ਸੋਚਦੇ ਹੋ ਕਿ ਜਿਸ ਮਰੀਜ਼ ਨੂੰ ਜਿਸ ਮਹਾਮਾਰੀ ਦਾ ਕਹਿਰ ਹੋਵੇ ਔਰ ਡਿਸਟ੍ਰਿਕਟ ਹੈੱਡਕੁਆਟਰ 'ਤੇ ਇੱਕ ਵੀ ਸੈਂਟਰ ਇੱਦਾਂ ਨਾ ਹੋਵੇ ਜਿੱਥੇ, ਕਿਉਂਕਿ ਇਹਦੇ ਵਿੱਚ ਜਿਹੜੀ ਡੈਥ ਹੁੰਦੀ ਆ ਉਹ ਸਿਰਫ ਤੇ ਸਿਰਫ ਸਾਹ ਰੋਕਣ ਨਾਲ ਹੁੰਦੀ ਆ। ਔਰ ਜੇਕਰ ਜੇ ਸਾਹ ਦੇਣ ਦੀ ਫੈਸਿਲਿਟੀ ਨਹੀਂ ਔਰ ਉਹਨੂੰ ਇੱਥੋਂ ਸ਼ਿਫਟ ਕਰਨ ਲਈ ਕਿਸੇ ਹਾਇਰ ਸੈਂਟਰ ਲਈ ਸਾਡੇ ਕੋਲ ਐਂਬੂਲੈਂਸ ਨਹੀਂ ਜਿਹੜੀ ਵੈਂਟੀਲੇਟਰ ਹੋਵੇ, ਤਾਂ ਇਹ ਤਿਆਰੀ ਤੁਹਾਡੇ ਸਾਹਮਣੇ ਆ। ਸੋ ਇਸ ਕਰਕੇ ਮੈਂ ਫਿਰ ਇਹੀ ਗੱਲ ਕਹਿਣਾ ਕਿ ਆਪੇ ਬਚ ਲਓ, ਸਰਕਾਰਾਂ ਨੇ ਨਹੀਂ ਬਚਾਉਣਾ, ਨਾ ਕਿਸੇ ਪੋਲੀਟੀਕਲ ਬੰਦੇ ਨੇ ਤੁਹਾਨੂੰ ਬਚਾਉਣਾ। ਇਹ ਆਪਣਾ ਬਚਾਅ ਆਪ ਕਰਨਾ ਪਏਗਾ। ਔਰ ਮੈਂ ਇਸ ਮੌਕੇ 'ਤੇ ਇੱਕ ਗੱਲ ਜ਼ਰੂਰ ਕਹੂੰਗਾ ਨਵਾਂਸ਼ਹਿਰ ਦੇ ਵਿੱਚ ਕਿ IMA ਨਵਾਂਸ਼ਹਿਰ ਔਰ IMA ਨਵਾਂ ਬੰਗਾ ਨੇ ਜਿਸ ਦਿਨ ਇਹ ਮਹਾਮਾਰੀ, ਜਿੱਦਣ ਇਹ ਕੇਸ ਸ਼ੁਰੂ ਹੋਏ ਆ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਅਸੀਂ ਆਪ DC ਸਾਹਿਬ ਨੂੰ ਔਰ ਸਿਵਲ ਸਰਜਨ ਨੂੰ ਇੱਥੇ ਦੀ IMA ਮੈਂ ਨਾਲ ਲੈ ਕੇ ਉਹਨਾਂ ਨੂੰ ਮਿਲਿਆ। ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਜੇ ਵੈਂਟੀਲੇਟਰ ਚਾਹੀਦੇ ਅਸੀਂ ਵੈਂਟੀਲੇਟਰ ਦੇਵਾਂਗੇ, ਜੇ ਤੁਹਾਨੂੰ ਸਟਾਫ ਵੈਂਟੀਲੇਟਰ ਨੂੰ ਚਲਾਉਣ ਲਈ ਚਾਹੀਦਾ ਉਹ ਵੀ ਅਸੀਂ ਦੇਵਾਂਗੇ। ਔਰ ਜਿਹਨੂੰ ਤੁਹਾਨੂੰ ਕੋਈ ਸਿਖਲਾਈ ਦੀ ਲੋੜ ਹੈ, ਜੇ ਤੁਹਾਡੇ ਕੋਲ 2-3 ਵੈਂਟੀਲੇਟਰ ਆ ਗਏ ਆ, ਜੇ ਤੁਹਾਨੂੰ ਸਿਖਲਾਈ ਦੀ ਲੋੜ ਆ ਅਸੀਂ ਉਹ ਵੀ ਦੇਵਾਂਗੇ। ਪਰ ਇਹ ਬਦਕਿਸਮਤੀ ਆ ਕਿ ਨਾ ਸਾਡੇ ਤੋਂ ਕਿਸੇ ਨੇ ਸਿਖਲਾਈ ਲੈਣ ਦੀ ਕੋਸ਼ਿਸ਼ ਕੀਤੀ ਅਤੇ ਨਾ ਸਾਡੇ ਵੈਂਟੀਲੇਟਰ ਵਰਤਣ ਦੀ ਗੱਲ ਕੀਤੀ। ਪਰ ਫਿਰ ਵੀ IMA ਜਿਹੜੀ ਹੈ ਸ਼ਹੀਦ ਭਗਤ ਸਿੰਘ ਨਗਰ ਦੀ, ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹਾਂ, ਕਿਸੇ ਵੀ ਆਦਮੀ ਨੂੰ 24 ਘੰਟੇ ਕਦੀ ਲੋੜ ਪੈ ਜਾਏ, ਕਿਉਂਕਿ ਮੈਂ 2-3 ਵਾਰੀ ਆਪਣਾ ਟੈਲੀਫੋਨ ਨੰਬਰ ਵੀ ਛੱਡ ਚੁੱਕਾ, ਕਦੀ ਲੋੜ ਪੈ ਜਾਏ ਕਿਸੇ ਨੂੰ ਡਰਨ ਦੀ ਲੋੜ ਨਹੀਂ। IMA ਅਸੀਂ ਸਰਕਾਰ ਦੇ ਹਰ ਜਿਹੜੇ ਕੰਮ ਆ ਜਿੱਥੇ ਉਹ ਕੋਈ ਸੁਵਿਧਾ ਦਿੰਦੇ ਆ, ਜਿਸ ਤਰ੍ਹਾਂ ਦੀ ਅਸੀਂ ਹੈਲਪ ਕਰ ਸਕਦੇ ਹੋਏ IMA ਕਰੇਗੀ। ਡਾਕਟਰ ਸਾਹਿਬ, ਇਹ ਤਾਂ ਮੈਡੀਕਲ ਲਾਈਨ ਦੀ ਗੱਲ ਹੋ ਗਈ, ਹੁਣ ਆਪਾਂ ਸਿਆਸੀ ਲਾਈਨ ਦੀ ਵੀ ਗੱਲ ਕਰੀਏ
ਪਿਛਲੀ ਸਰਕਾਰ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ, ਤੁਸੀਂ ਹਲਕਾ ਇੰਚਾਰਜ ਸੀਗੇ ਔਰ ਉਸ ਵੇਲੇ ਤੁਸੀਂ ਕਰੋੜਾਂ ਰੁਪਏ ਦਿੱਤੇ। ਹੁਣ ਇਸ ਵੇਲੇ ਸਰਕਾਰ ਕਾਂਗਰਸੀ ਆ ਤੇ ਤੁਸੀਂ ਮੌਜੂਦਾ ਐਮਐਲਏ ਹੋ ਬੰਗਾ ਵਿਧਾਨ ਸਭਾ ਤੋਂ, ਕਿ ਮਹਿਸੂਸ ਨਹੀਂ ਹੁੰਦਾ ਤੁਸੀਂ ਪਿਛਲੀ ਵਾਰੀ ਇੱਕ ਹਲਕਾ ਇੰਚਾਰਜ ਹੋਣ ਦੇ ਨਾਤੇ ਕਰੋੜਾਂ ਰੁਪਏ ਦਿੱਤੇ, ਇਸ ਵੇਲੇ ਐਮਐਲਏ ਹੋਣ ਦੇ ਨਾਤੇ ਕੋਈ ਹੱਥ ਖਾਲੀ ਨੇ? ਦੇਖੋ, ਪਿਛਲੀ ਸਰਕਾਰ ਦੇ ਵਿੱਚ ਮੈਂ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਔਰ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਹੋਣ ਦੇ ਨਾਤੇ ਅਸੀਂ ਕੋਈ 150 ਕਰੋੜ ਰੁਪਏ ਦੇ ਕੰਮ ਅਸੀਂ ਬੰਗਾ ਵਿਧਾਨ ਸਭਾ 'ਚ ਕਰਾਏ, ਜਿਸ 'ਚ 56 ਕਰੋੜ ਰੁਪਏ ਤਾਂ ਸਿਰਫ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਵੱਖ-ਵੱਖ ਧਰਮਾਂ ਦੀਆਂ ਧਰਮਸ਼ਾਲਾਵਾਂ ਔਰ ਹਰ ਪਿੰਡ ਦੇ ਵਿੱਚ ਜਿਮ ਅਸੀਂ ਇਹ ਬਣਾ ਕੇ ਦਿੱਤੇ। ਕਿਉਂਕਿ ਕਿਉਂਕਿ ਤੁਹਾਡਾ ਆਪਣਾ ਪਿੰਡ ਮੁਕੰਦਪੁਰ ਆ, ਤੁਸੀਂ ਬਹੁਤ ਚੰਗੀ ਤਰੀਕੇ ਨਾਲ ਕੰਪੇਅਰ ਕਰ ਸਕਦੇ ਹੋ ਕਿ ਤੁਹਾਡੇ ਪਿੰਡ ਨੂੰ ਜਿਹੜੇ ਮੇਰੇ 2 ਸਾਲ ਸੀ ਜਦੋਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ, ਉਸ ਦੌਰਾਨ ਕਰੋੜਾਂ ਰੁਪਈਆ ਤੁਹਾਡੇ ਪਿੰਡ ਆਇਆ ਜਾਂ ਨਹੀਂ ਆਇਆ। ਉਸ ਤੋਂ ਬਾਅਦ ਹੁਣ ਇਹ ਸਰਕਾਰ ਨੂੰ 3.5 ਸਾਲ ਹੋ ਗਏ, ਹੁਣ ਵੀ ਤੁਹਾਨੂੰ ਪਤਾ ਕਿੰਨਾ ਕੁ ਪੈਸਾ ਆਇਆ। ਦੇਖੋ, ਇਹ ਮੈਂ ਜਿਹੜੀ ਮਹਿਸੂਸ ਕਰਦਾ, ਇਹ ਚਾਹਤ ਹੋਣੀ ਚਾਹੀਦੀ ਆ। ਮੇਰੇ 'ਚ ਇਹ ਚਾਹਤ ਆ ਕਿ ਮੈਂ ਆਪਣੇ ਇਲਾਕੇ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ। ਬੇਸ਼ੱਕ ਅੱਜ ਮੈਂ ਐਮਐਲਏ ਆ, ਮੈਨੂੰ ਕੋਈ ਫੰਡ ਨਹੀਂ ਹੈ, ਕਿਉਂਕਿ ਪੰਜਾਬ ਦੇ ਅੰਦਰ ਐਮਐਲਏ ਕੋਲ 1 ਰੁਪਈਏ ਦਾ ਕੀ 1 ਪੈਸੇ ਦਾ ਵੀ ਫੰਡ ਨਹੀਂ। ਉਹ ਇੱਕ ਵੱਖਰੀ ਗੱਲ ਹੈ। ਪਰ ਜਦੋਂ ਵੀ ਮੈਨੂੰ ਮੌਕਾ ਮਿਲਿਆ, ਬੇਸ਼ੱਕ ਮੈਂ ਐਮਐਲਏ ਹੋਵਾਂ, ਬੇਸ਼ੱਕ ਐਮਐਲਏ ਨਾ ਹੋਵਾਂ, ਮੈਨੂੰ ਇਸ ਗੱਲ ਨਾਲ ਫਰਕ ਨਹੀਂ ਪੈਂਦਾ। ਮੈਨੂੰ ਫਰਕ ਸਿਰਫ ਇੰਨਾ ਪੈਂਦਾ, ਜੇ ਸਰਕਾਰ ਹੋਵੇ ਮੈਂ ਉਹਦੇ ਤੋਂ ਵੱਧ ਪੈਸੇ ਲਿਆ ਕੇ ਲੋਕਾਂ ਦੇ ਵਿੱਚ ਲਾ ਸਕਾਂ, ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਾਂ, ਤਾਂ ਕਿ ਕਿਉਂਕਿ ਤੁਸੀਂ ਦੇਖਿਆ ਹੁਣ ਹਰ ਪਿੰਡ ਦੇ ਵਿੱਚ ਇੱਕ ਨਹੀਂ, ਕਈ ਪਿੰਡਾਂ 'ਚ 3-3 ਜਿਮ ਬਣ ਗਏ। ਯਾਨੀ ਇੱਕ ਬੰਦਾ ਮਹੱਲਾ ਕਹਿੰਦਾ ਵੀ ਮੈਂ ਇੱਧਰ ਨਹੀਂ ਜਾਂਦਾ, ਨੌਜਵਾਨ ਕਹਿੰਦੇ, ਦੂਸਰੇ ਕਹਿੰਦੇ ਮੈਂ ਇੱਧਰ ਨਹੀਂ ਜਾਂਦਾ। ਮੈਂ ਕਿਹਾ ਵੀ ਕਿੱਥੇ ਜਾਂਦੇ ਹੋ? ਕਹਿੰਦੇ ਸਾਨੂੰ 2 ਜਿਮ ਦੇ ਦਿਓ। ਮੇਰੇ ਹਲਕੇ 'ਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਮਜਾਰੀ ਪਿੰਡ ਦੇ ਵਿੱਚ 3 ਜਿਮ ਬਣੇ ਹੋ, 3 ਕੋਨਿਆਂ 'ਤੇ। ਉਹਨਾਂ ਨੇ ਕਿਹਾ ਵੀ ਵੱਖਰਾ, ਬੇਸ਼ੱਕ ਉਹ ਬਾਅਦ 'ਚ ਇਕੱਠੇ ਹੋ ਗਏ। ਉਹਨਾਂ ਨੇ ਮੈਨੂੰ ਝੂਠ ਬੋਲਦਾ ਵੀ ਵੱਖਰੇ ਬਣਾਉਣੇ ਆ। ਚਲੋ, ਨੌਜਵਾਨਾਂ ਨੇ ਵੱਡਾ ਬਣਾਉਣ ਲਈ 3 ਇਕੱਠੇ ਹੀ ਬਣਾ ਲਏ, ਕਿਉਂਕਿ ਅਸੀਂ ਤਾਂ ਇਹ ਚਾਹੁੰਦੇ ਸਾਡੇ ਨੌਜਵਾਨ ਜਿਹੜੇ ਆ ਉਹ ਸਹੀ ਰਸਤੇ 'ਤੇ ਆਉਣ। ਇਹ ਸਾਡੀ ਦਿਲੋਂ ਇੱਛਾ ਸੀ, ਇਹਨੂੰ ਪ੍ਰੈਕਟੀਕਲ ਰੂਪ ਦੇ ਕੇ ਅਸੀਂ ਇਹ ਕੰਮ ਕਰਨਾ ਚਾਹੁੰਦੇ। ਅਸੀਂ ਜਿਮ ਬੜੇ ਵੱਡੇ, ਤੁਹਾਡੇ ਪਿੰਡ ਨੂੰ ਵੀ ਜਿਮ ਗਏ ਆ ਔਰ ਮੈਂ ਇਸ ਸਰਕਾਰ ਨੂੰ ਵੀ ਕਹਿੰਦਾ, ਹੁਣ ਦੇ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਉਹ ਬਾਈ ਚਾਂਸ ਹਲਕਾ ਬੰਗਾ ਦੇ ਇੰਚਾਰਜ ਵੀ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ, ਕਿਉਂਕਿ ਅਦਰਵਾਈਜ਼ ਮੇਰਾ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਮੇਰੇ ਨਾਲ ਬੜੇ ਚੰਗੇ ਰਿਲੇਸ਼ਨ ਆ। ਮੈਂ ਜਦੋਂ ਕੋਈ ਗੱਲ ਹੁੰਦੀ ਮੈਂ ਉਹਨਾਂ ਨਾਲ ਡਿਸਕਸ ਕਰਦਾ ਰਹਿੰਦਾ, ਅਤੇ ਮੈਂ ਉਹਨਾਂ ਨੂੰ ਫਿਰ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਤੋਂ ਕਿ ਜਿਹੜੇ ਇਹ ਲੋਕ ਨੇ, ਇਹ ਸਾਡੇ ਤੋਂ ਬਹੁਤ ਆਸਾਂ ਲਾ ਕੇ ਰੱਖਦੇ ਆ। ਇਹਨਾਂ ਦੇ ਨੀਲੇ ਕਾਰਡ ਨਾ ਕਟਾਓ। ਇਹਨਾਂ ਨੂੰ ਜਿਹੜੀਆਂ ਹੈਲਥ ਸਹੂਲਤਾਂ 5 ਲੱਖ ਦਾ ਜਿਹੜਾ ਬੀਮਾ ਹੁੰਦਾ, ਅਸੀਂ ਉਹਨਾਂ ਸਾਰਿਆਂ ਦੇ ਜਿਨ੍ਹਾਂ ਨੂੰ ਜ਼ਰੂਰਤਮੰਦ ਨੇ ਉਹਨਾਂ ਦਾ ਬਣਵਾਈਏ। ਜੇ ਕਿਸੇ ਦਾ ਨੀਲਾ ਕਾਰਡ ਕੱਟਿਆ ਗਿਆ, ਇਹ ਸਾਡੀ ਡਿਊਟੀ ਆ, ਮੇਰੀ ਡਿਊਟੀ ਬਣਦੀ ਹੈ ਕਿ ਜੇ ਕਿਸੇ ਦਾ ਗਰੀਬ ਦਾ ਜਿਹਨੂੰ ਜ਼ਰੂਰਤ ਹੈ ਉਹਦਾ ਨੀਲਾ ਕਾਰਡ ਕੱਟਿਆ ਗਿਆ, ਉਹਦਾ ਬਣੇ। ਤੁਹਾਨੂੰ ਯਾਦ ਹੋਣਾ ਕਿ ਸਾਡੇ ਵਿਧਾਨ ਸਭਾ ਹਲਕਾ ਬੰਗਾ ਦੇ ਵਿੱਚ 30,000 ਨੀਲਾ ਕਾਰਡ ਸੀ ਸਾਡੇ ਟਾਈਮ 'ਤੇ, ਜਦੋਂ ਮੈਂ ਉੱਥੇ ਕੰਮ ਕਰਦਾ ਸੀ। 30,000 ਨੀਲਾ ਕਾਰਡ ਬਣਾਇਆ ਔਰ ਮੈਂ ਅੱਜ ਤੱਕ ਇਹ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਵੀ ਆਦਮੀ ਮੈਂ ਇੱਦਾਂ ਦਾ ਨਹੀਂ ਦੇਖਿਆ ਕਿ ਜਿਹੜਾ ਮੇਰੇ ਕੋਲ ਆਇਆ ਹੋਵੇ, ਮੈਨੂੰ ਕਿਹਾ ਹੋ ਕਿ ਮੇਰੀ ਜ਼ਰੂਰਤ ਆ ਅਤੇ ਉਹਨੂੰ ਅਸੀਂ ਖਾਲੀ ਹੱਥ ਮੋੜਿਆ ਹੋਵੇ। ਅਸੀਂ ਉਸੇ ਵੇਲੇ ਰਿਕਮੈਂਡ ਕਰਦੇ ਸੀ ਔਰ ਇਹ ਸਾਡੀ ਡਿਊਟੀ ਆ। ਅਸੀਂ ਕਿਸੇ ਨੂੰ ਆਏ ਨੂੰ ਉਹਦੀ ਪਾਰਟੀ ਨਾ ਪੁੱਛੀਏ, ਉਹਦਾ ਧਰਮ ਨਾ ਪੁੱਛੀਏ, ਉਹਦਾ ਸਿਰਫ ਕੰਮ ਪੁੱਛੀਏ, ਤੇਰਾ ਕੰਮ ਕੀ ਆ। ਉਹ ਇੱਕ ਪੋਲੀਟੀਕਲ ਬੰਦੇ ਦੀ ਡਿਊਟੀ ਆ ਔਰ ਮੈਂ ਕੋਸ਼ਿਸ਼ ਕਰਦਾ ਕਿ ਇਸ ਤਰ੍ਹਾਂ ਕੰਮ ਕੀਤਾ ਜਾਵੇ। ਡਾਕਟਰ ਸਾਹਿਬ, ਬੰਗਾ ਵਿਧਾਨ ਸਭਾ ਹਲਕਾ ਜਿਹੜਾ ਉਹ ਰਿਜ਼ਰਵ ਹੈ, ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ ਉੱਥੇ ਕੋਈ ਰਿਜ਼ਰਵ ਆਪਣਾ ਨੁਮਾਇੰਦਾ ਨਹੀਂ ਦਿੱਤਾ ਗਿਆ। ਜਨਰਲ ਦੇ ਜ਼ਿਲ੍ਹਾ ਇੰਚਾਰਜ ਜਿਹੜੇ ਸਤਵੀਰ ਸਿੰਘ ਪੱਲੀ ਚੱਕੀ ਉਹ ਹਲਕਾ ਚਲਾਉਂਦੇ ਆ। ਕੀ ਲੱਗਦਾ ਕਿ ਤੁਹਾਡੇ ਡਰ ਕਰਕੇ ਹੀ ਮਤਲਬ ਇਹੋ ਮਾਹੌਲ ਬਣਿਆ ਹੈ? ਨਹੀਂ, ਦੇਖੋ, ਇਹ ਗੱਲ ਤਾਂ ਕਹਿਣੀ ਬੈਮੀ ਬਹੁਤ ਹੋਸ਼ਾਪਨ ਹੋਊਗਾ ਕਿ ਡਰ ਡੁੱਕਰ ਪੋਲੀਟੀਕਲ ਪਾਰਟੀਆਂ ਇੱਦਾਂ ਨਹੀਂ ਡਰਦੀਆਂ। ਦੇਖੋ, ਇਹ ਕਾਂਗਰਸ ਦਾ ਅੰਦਰੂਨੀ ਮਸਲਾ ਆ। ਉਹਨਾਂ ਨੇ ਕਦੋਂ ਲਾਣਾ, ਕਿਉਂਕਿ ਉਹਨਾਂ ਦੀ ਸਰਕਾਰ ਆ, ਉਹਨਾਂ ਨੂੰ ਸਭ ਦਿਖਦਾ ਅਤੇ ਕੈਪਟਨ ਸਾਹਿਬ ਬੜੇ ਸਿਆਣੇ ਆ। ਸੋ ਮੈਂ ਇਹ ਸਮਝਦਾ ਕਿ ਤਾਂ ਉਹਨਾਂ ਦਾ ਆਪਣਾ ਕੰਮ ਆ, ਕਿਉਂਕਿ ਉਹਨਾਂ ਦਾ ਜੇ ਭੱਲੀ ਚੱਕੀ ਸਾਹਿਬ ਪਲੈਨਿੰਗ ਬੋਰਡ ਦੇ ਚੇਅਰਮੈਨ ਵੀ ਆ, ਹਲਕਾ ਇੰਚਾਰਜ ਵੀ ਆ, ਜੋ ਸੇਵਾਵਾਂ ਦੇ ਰਹੇ ਵਧੀਆ, ਤਾਂ ਇਹ ਉਹਨਾਂ ਨੂੰ ਇਹ ਉਹਨਾਂ ਦੀ ਅੰਦਰਲਾ ਮਸਲਾ ਉਹਨਾਂ ਦਾ। ਇੱਕ ਥੋੜ੍ਹੇ ਦਿਨ ਹੋਇਆ ਤੁਹਾਡੇ ਪਿੰਡ ਗੁਣਾ ਚੌਰ ਦੀ ਲੇਡੀ ਕਰੋਨਾ ਪੋਜ਼ੀਟਿਵ ਹੋਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ। ਤੁਸੀਂ ਆਪਣੇ ਹਲਕੇ ਦੇ ਔਰ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਉਹ ਬੜੀ ਮੰਦਭਾਗੀ ਜਿਹੜੀ ਘਟਨਾ ਹੋਈ ਹੈ,
ਮੇਰੇ ਆਪਣੇ ਪਿੰਡ ਗੁਣਾਚੌਰ ਤੋਂ ਸਾਡੇ ਬੜੇ ਨਜ਼ਦੀਕੀ ਸੀ, ਉਹਨਾਂ ਦੀ ਡੈਥ ਹੋਈ ਕਿਉਂਕਿ ਉਹਨਾਂ ਨੂੰ ਬੇਸਿਕਲੀ ਕੈਂਸਰ ਦੀ ਸ਼ਿਕਾਇਤ ਸੀ। ਉਹ ਕਿਤੇ ਨਾ ਕਿਤੇ ਹਸਪੀਟਲ 'ਚੋਂ ਹੀ ਕਰੋਨਾ ਦੇ ਉਹਦੇ ਸ਼ਿਕਾਰ ਉਹਨਾਂ ਨੂੰ ਉੱਥੋਂ ਉਹਦੇ ਆ ਗਏ ਕਿ ਉਹਦਾ ਉੱਥੋਂ ਕਿਤੋਂ ਲੱਗ ਗਿਆ। ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜੋ ਡਾਕਟਰ ਕਹਿੰਦੇ ਆ ਉਸ ਮੁਤਾਬਕ ਤੁਸੀਂ ਮਾਸਕ ਲੈ ਕੇ ਚੱਲੋ, ਡਿਸਟੈਂਸ ਮੇਨਟੇਨ ਕਰੋ ਜਿਹੜਾ 3 ਫੁੱਟ ਦਾ, ਤਾਂ ਕਿ ਇੱਕ ਤੋਂ ਦੂਜੇ ਨੂੰ ਨਾ ਜਾ ਸਕੇ। ਔਰ ਜੇਕਰ ਤੁਹਾਨੂੰ ਖਾਂਸੀ ਜ਼ੁਕਾਮ ਜਾਂ ਬੁਖਾਰ ਹੈ ਤਾਂ ਉਸੇ ਵੇਲੇ ਉਹਦੀ ਜਿਹੜੀ ਡਾਕਟਰ ਕਿਸੇ ਵੀ, ਬੇਸ਼ੱਕ ਪ੍ਰਾਈਵੇਟ ਡਾਕਟਰ ਕੋਲ ਜਾਓ, ਬੇਸ਼ੱਕ ਸਰਕਾਰੀ ਡਾਕਟਰ ਕੋਲ ਜਾਓ, ਸਲਾਹ ਜ਼ਰੂਰ ਲਓ ਤਾਂ ਕਿ ਉਹ ਜੇ ਚਾਹੇ ਤਾਂ ਤੁਹਾਡਾ ਕੋਈ ਪ੍ਰੋਪਰ ਟੈਸਟ ਹੋ ਸਕੇ, ਤੁਹਾਡਾ ਟ੍ਰੀਟਮੈਂਟ ਹੋ ਸਕੇ। ਕਿਉਂਕਿ ਡਰਨਾ ਨਹੀਂ ਚਾਹੀਦਾ ਕਿਉਂਕਿ ਕਰੋਨਾ ਜਿਹੜੀ ਆ ਇਹ 80 ਤੋਂ 85% ਲੋਕਾਂ ਨੂੰ ਕੋਈ ਸਿੰਪਟਮ ਨਹੀਂ ਆਉਂਦਾ। ਹੋ ਸਕਦਾ ਮੈਨੂੰ ਹੋ ਕੇ ਹਟ ਹੀ ਗਿਆ ਹੋਵੇ, ਪਤਾ ਹੀ ਨਹੀਂ, ਇਸੇ ਦਾ ਤੁਹਾਨੂੰ ਵੀ ਹੋ ਸਕਦਾ ਹੋ ਕੇ ਹਟ ਗਿਆ ਹੋਵੇ। ਪਰ ਜੇ ਅਸੀਂ ਗਾਹਾਂ ਬਚਣਾ ਆ ਤਾਂ ਸਾਨੂੰ ਪ੍ਰੀਕਾਸ਼ਨ ਲੈਣੇ ਚਾਹੀਦੇ ਆ। ਜੋ ਹੈਲਥ ਡਿਪਾਰਟਮੈਂਟ ਕਹਿੰਦਾ ਉਹਦੇ ਮੁਤਾਬਕ ਕਰਨਾ ਚਾਹੀਦਾ। ਇਹ ਜਿਹੜੇ ਲੋਕ ਬਾਹਰੋਂ ਆਉਂਦੇ ਆ, ਕਿਉਂਕਿ ਪੰਜਾਬ ਦੇ ਅੰਦਰ ਅਸੀਂ ਦੇਖਿਆ ਕਿ ਅਜੇ ਤੱਕ ਜਿਹੜੇ ਜਿੰਨੇ ਬਾਹਰੋਂ ਕਿਸੇ ਦੂਜੇ ਸੂਬਿਆਂ 'ਚ ਆਏ ਉਹ ਜ਼ਿਆਦਾ ਲੈ ਕੇ ਆਏ ਡਿਜ਼ੀਜ਼, ਅਤੇ ਸਾਨੂੰ ਉਹਨਾਂ ਦੀ ਇਤਲਾਹ ਜਿਹੜੀ ਆ ਉਹ ਸਰਕਾਰ ਨੂੰ ਦੇਣੀ ਚਾਹੀਦੀ ਆ। ਸੋ ਮੇਰਾ ਤਾਂ ਇਹੀ ਹੈ ਕਿ ਬਚਾਅ ਵਿੱਚ ਹੀ ਬਚਾਅ ਆ, ਇਹਦੇ ਵਿੱਚ ਬਹਾਦਰੀ ਕੋਈ ਨਹੀਂ। ਜੇ ਅਸੀਂ ਕਹੀ ਕਿ ਮੈਂ ਬਾਹਰ ਜਾ ਕੇ ਮੈਂ ਤਾਂ ਲੋਕਾਂ 'ਚ ਘੁੰਮਦਾ, ਮੈਨੂੰ ਨਹੀਂ ਕੁਛ ਹੋਣਾ। ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਕਿ ਕਰੋਨਾ ਤੋਂ ਜਿੰਨਾ ਬਚਿਆ ਜਾ ਸਕੇ ਜ਼ਰੂਰ ਬਚਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਦਾ, MLA ਹਲਕਾ ਬੰਗਾ। ਤੁਸੀਂ ਮੇਰੇ ਨਾਲ ਦੇਖਦੇ ਰਹੋ NKN TV, ਕੈਮਰਾਮੈਨ ਅਰਮਾਨ ਔੜਾਪੜ ਦੇ ਨਾਲ।